ਅੱਗੇ ਸਾਖੀ ਕਾਲੂ ਦੇ ਪ੍ਰੋਹਤ ਨਾਲ ਹੋਈ। ਜਾਂ ਗੁਰੂ ਨਾਨਕ ਜੀ 9 ਵਰ੍ਹਿਆਂ ਦੇ ਹੋਏ ਤਾਂ ਜਨੇਊ ਪਾਉਣ ਦੀ ਰੀਤ ਕਰਨ ਵਾਸਤੇ ਕਾਲੂ ਨੇ ਪ੍ਰੋਹਤ ਹਰਦਿਆਲ ਕੋ ਬੁਲਾਇਆ। शुभ मुहूर्त देखकर प्रोहत जी ने सब सामग्री मंगवाई। जो जात भाई कालू के थे सबको कहा और ब्राह्मण भी जो वहाँ रहते थे सबको न्योता दिया। सब भाई बंद जाति के और ब्राह्मण भी एकत्र होए के श्री बाबा जी को जनेऊ पाण लगे। स्थान को लेप कर वेद विद चौका पूर्ण किया। वेदी वंश के सब भाई और ब्राह्मण जो वेद विद के ज्ञाता थे सर्वत्र इकट्ठे होए के बैठे। बाबा नानक जी को स्नान करवाए के बुलाया। तां बाबा जी स्नान करके आए बैठे। ऐसे शोभता पावते हैं जैसे सब तारा मंडल में चंद्रमा शोभा पावता है। प्रोहत ने क्षत्रियों की रीत वेद भत सब करवाई जो पुरातन रीत कुल थी और सब सिखाने लगा। संध्या तर्पण सिक्खा सूत धोती जनेऊ माला तिलक घट करम गुरु जी नूं सिखावने लगा। तो सर्ब समर्थ गुरु नानक जी मुकत भुगत के देने वाले प्रोहत नूं कहण लगे, हे महसर जी इस जनेऊ दे पाउण ते क्या अधिकार हुंदी है। इस जनेऊ पाए दा क्या धर्म है ਅਤੇ कौन पदवी मिलदी है और इस दे ना पाउणे कर किहड़ी उन्नता हुंदी है। ਤਾਂ ਹਰਦਿਆਲ जी बोले, इस जनेऊ दे पहरने बिना अपवित्रता हुंदा है। चौके का अधिकारी नहीं हुंदा, अपवित्र रहंदा है। अब वेद की विद पूर्वक खत्री ब्राह्मण इस जनेऊ को पहनते हैं तब सब कर्म धर्म के अधिकारी हुंदे हैं। ਤਾਂ ਫਿਰ ਗੁਰੂ ਜੀ ਕਹਿਆ, ਸੁਨੋ ਪੰਡਤ ਜੀ ਖੱਤਰੀ ਬ੍ਰਾਹਮਣ ਹੋਏ ਕਰ ਜਨੇਊ ਗਲ ਪਾਏ ਔਰ ਬੁਰੇ ਕਰਮ ਕਰਨ ਥੀ ਨਾ ਟਲਣ ਖੋਟੇ ਕਰਮ ਕਰਦਾ ਹੀ ਰਹੇ ਤਾਂ ਬ੍ਰਾਹਮਣ ਖੱਤਰੀ ਜਨੇਊ ਪਾਏ ਕੇ ਬਾਹਰਲੇ ਧੰਦੇ ਨੂੰ ਕਿਆ ਕਰੇਗਾ। ਧਨ ਦੇ ਨਾਮ ਤੇ ਹਿੰਸਾ ਧਰੋਹ ਅਧਰਮ ਅਤੇ ਪਰਯੰਤ ਦੁਸ਼ਟਾ ਝੂਠ ਚੁਗਲੀ ਕੀਤੀ ਤਬ ਉਹ ਖੱਤਰੀ ਬ੍ਰਾਹਮਣ ਨਹੀਂ ਚੰਡਾਲ ਹੈ। ਅੰਤ ਕੋ ਜਮਰਾਜ ਕੀ ਸਾਸਨਾ ਪਾਵੇਗਾ। ਤਿਸ ਨੂੰ ਜਨੇਊ ਪਾਏ ਕਰ ਕਿਆ ਫਲ ਹੋਇਆ। ਇਹਾਂ ਜੋ ਪਾਪ ਕਰੇਗਾ ਨਰਕ ਭੋਗੇਗਾ। जब यह वार्ता गुरु जी ने कही ता जितने लोग बैठे सब हैरान होए गए। मन में कहन लगे, हे परमेश्वर जी अजे तां यह बालक रूप है ਅਤੇ कैसियां बातां करता है। ਤਾਂ पंडित ने कहा, हे नानक जी ਉਹ कौन सा जनेऊ है जिस जनेऊ पाए ते इस प्राणी ਦਾ ਧਰਮ ਰਹਿੰਦਾ ਹੈ। ਤਾਂ ਬਾਬਾ ਜੀ ਨੇ ਇੱਕ ਸ਼ਲੋਕ ਕਹਿਆ। ਸ਼ਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀਅ ਕਾ ਹਈ ਤਾ ਪਾਂਡੇ ਘਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਤਿਸ ਦਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ, ਸੁਨੋ ਪੰਡਤ ਜੀ ਇਸ ਦੇਹੀ ਕਾ ਧਰਮ ਜਨੇਊ ਪਾਏ ਤੇ ਤਿਉ ਰਹਿੰਦਾ ਹੈ ਜੋ ਦਇਆ ਕੀ ਕਪਾ ਕਰੇ ਔਰ संतोख का सूत करे और सत का वट चढ़ावे और जत दियां गंढी देवे तां इस दे अंदर दया संतोख दा जनेऊ पवे। तां तग अते सुनो पंडित जी इस कपाह दा जनेऊ तां मेरे काम नहीं और कपाह का सूत वट के काहे को गवावते हो। ਇਹ ਕਪਾਹ का सूत ਵਟਿਆ ਹੋਇਆ ਕਿਸੇ ਕੰਮ ਨਹੀਂ। ਇਸ ਕਪਾਹ का सूत ਅੱਗ ਵਿੱਚ ਪਾਏ ਜਲ ਜਾਂਦਾ ਹੈ ਔਰ ਗਲ ਪਾਏ ਤੇ ਮੈਲ ਲੱਗ ਕਰ ਪੁਰਾਣਾ ਹੋਏ ਕੇ ਟੁੱਟ ਜਾਂਦਾ ਹੈ। ਔਰ ਦਇਆ ਸੰਤੋਖ ਕਾ ਅਤੇ ਜਤ ਸਤ ਕਾ ਜੋ ਜਨੇਊ ਹੈ ਇਸ ਨੂੰ ਨਾ ਕਦੀ ਮਲ ਲੱਗਦੀ ਹੈ ਨਾ ਕਦੇ ਪੁਰਾਣਾ ਹੁੰਦਾ ਹੈ ਨਾ ਕਦੇ ਟੁੱਟਦਾ ਹੀ ਹੈ। ਸੁਨੋ ਪੰਡਿਤ ਜੀ
ਧੰਨ ਉਹ ਪੁਰਖ ਹੈਨ ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ ਵਾਲਾ ਜਨੇਊ ਪਾਇਆ ਹੈ। ਅਤੇ ਪੰਡਿਤ ਜੀ ਇਹ ਕਪਾ ਜਨੇਊ ਕੁਝ ਨਹੀਂ, ਤਾਂ ਇਹ ਜਨੇਊ ਸਭ ਝੂਠ ਹਨ। ਜੇ ਤਾਂ ਉਹ ਸੱਚ ਕਾ ਜਨੇਊ ਤੇਰੇ ਪਾਸ ਹੈ ਤਾਂ ਤੂੰ ਮੇਰੀ ਗੱਲ ਪਾਓ, ਨਹੀਂ ਤਾਂ ਨਾ ਪਾਓ। ਤਾਂ ਪੰਡਿਤ ਨੇ ਕਹਿਆ, ਹੇ ਨਾਨਕ ਜੀ, ਇਹ ਜਨੇਊ ਤਾਂ ਅਸਾਂ ਅੱਜ ਨਹੀਂ ਥਾਪਿਆ। ਜੇ ਤਾਂ ਇਹ ਜਨੇਊ ਸਾਡਾ ਕੀਤਾ ਹੋਇਆ ਹੈ ਤਾਂ ਤੂੰ ਸਾਨੂੰ ਮਨਾ ਕਰੋ ਜੀ। ਪਰ ਇਹ ਜਨੇਊ ਪਿੱਛੇ ਹੀ ਆਦ ਅੰਤ ਹੁੰਦਾ ਹੀ ਆਇਆ ਹੈ। ਤਾਂ ਸ਼੍ਰੀ ਗੁਰੂ ਜੀ ਕਹਿਆ, ਇਹ ਪੰਡਿਤ ਜੀ, ਇਹ ਜਨੇਊ ਤਾਂ ਇੱਥੇ ਹੀ ਰਹਿ ਜਾਏਗਾ ਔਰ ਆਗੇ ਤਾਂ ਨਹੀਂ ਜਾਣ ਕਾ। ਫਿਰ ਪਾਂਦੇ ਨੇ ਕਹਿਆ, ਹੇ ਨਾਨਕ ਜੀ, ਇਹ ਜਨੇਊ ਤਾਂ ਪਿੱਛੇ ਵੀ ਸਨਕਾਦਿਕਾ ਤੇ ਆਦ ਲੇਕਰ ਪਹਿਨਦੇ ਆਏ ਹਨ, ਅਤੇ ਤੂੰ ਕਿਉਂ ਮਨਾ ਕਰਤਾ ਹੈ। ਤਾਂ ਸ਼੍ਰੀ ਗੁਰੂ ਨਾਨਕ ਜੀ ਨੇ ਹੋਰ ਸ਼ਲੋਕ ਕਹਿਆ, ਚੌਕੜ ਮੂਲ ਅਣਾਇਆ, ਬਹਿ ਚੌਕੈ ਪਾਇਆ, ਸਿੱਖਾ ਕੰਨ ਚੜਾਈਆ, ਗੁਰ ਬ੍ਰਾਹਮਣ ਥੀਆ, ਉਹ ਮੁਆ ਉਹ ਝੜ ਪਿਆ, ਵੇਤ ਕਾ ਗਿਆ। ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ। ਤਿਸ ਕਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ, ਸੁਣੋ ਪੰਡਿਤ ਜੀ, ਇਹ ਐਵੇਂ ਹੀ ਗੱਲ ਹੈ। ਇਹ ਤਾਂ ਸਭ ਗੱਲਾਂ ਮਨੁੱਖ ਦੀਆਂ ਥਾਪੀਆਂ ਹੋਈਆਂ ਹਨ। ਆਪ ਹੀ ਮਨੁੱਖ ਨੇ ਚੌਕਾ ਪਾਇਆ, ਆਪੇ ਹੀ ਮਨੁੱਖਾਂ ਨੂੰ ਚੌਕੇ ਵਿੱਚ ਬਿਠਾਇਆ, ਤਾਂ ਆਪੇ ਹੀ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਿਆ, ਜਨੇਊ ਪਾਇਆ। ਉਸ ਮਨੁੱਖ ਨੇ ਕਹਿਆ, ਉਹ ਬ੍ਰਾਹਮਣ ਮੇਰਾ ਗੁਰੂ ਹੋਏ ਪਹੁੰਚਿਆ ਹੈ, ਜਿਸ ਨੇ ਮੈਨੂੰ ਦੀਖਿਆ ਦੇ ਕਰ ਜਨੇਊ ਪਾਇਆ ਹੈ। ਅਤੇ ਸੁਣੋ ਪਾਂਦਾ ਜੀ, ਜਾਂ ਉਹ ਮਨੁੱਖ ਮਰ ਗਿਆ ਤਾਂ ਇਹ ਜਨੇਊ ਵੀ ਜਲ ਗਿਆ, ਅਤੇ ਉਹ ਜੀਵ ਵੀ ਵੇਤਕਾ ਹੀ ਗਿਆ। ਅਤੇ ਸੁਣੋ ਪਾਂਦਾ ਜੀ, ਬ੍ਰਾਹਮਣ ਵੀ ਉਸ ਜਨੇਊ ਨੂੰ ਥਾਪੇ ਜੋ ਜਿਹੜਾ ਜਨੇਊ ਅਗਲੇ ਦਰਗਾਹ ਵਿੱਚ ਨਾਲ ਚੱਲੇ। ਅਤੇ ਜਿਤਨੀਆਂ ਵਸਤੂਆਂ ਸੰਸਾਰ ਨੇ ਥਾਪੀਆਂ ਹਨ ਸੋ ਇੱਥੇ ਹੀ ਰਹਿ ਜਾਵਣਗੀਆਂ, ਅਤੇ ਸ਼੍ਰੀ ਪਰਮੇਸ਼ਵਰ ਜੀ ਕੀ ਦਰਗਾਹ ਵਿੱਚ ਉਸ ਵਸਤੂ ਕੀ ਸ਼ੋਭਾ ਨਹੀਂ ਹੁੰਦੀ। ਔਰ ਜੋ ਸ਼੍ਰੀ ਪਰਮੇਸ਼ਵਰ ਜੀ ਨੇ ਵਸਤੂ ਥਾਪੀਆਂ ਹਨ ਸੋ ਵਸਤੂਆਂ ਸੰਸਾਰ ਨੂੰ ਨਹੀਂ ਭਾਵਦੀਆਂ। ਸੋ ਸੁਣੋ ਪੰਡਿਤ ਜੀ, ਸਾਨੂੰ ਤਾਂ ਸ਼੍ਰੀ ਪਰਮੇਸ਼ਵਰ ਜੀ ਦੇ ਨਾਲ ਮੁੱਦਾ ਹੈ, ਅਤੇ ਤੂੰ ਸਾਨੂੰ ਸੰਸਾਰ ਦੀਆਂ ਗੱਲਾਂ ਦ੍ਰਿੜਾਵਦਾ ਹੈ, ਸੋ ਤਾਂ ਸਾਡੇ ਕਿਸੇ ਕੰਮ ਨਹੀਂ। ਸੋ ਜਿਸ ਨੇ ਤਾਂ ਇਹ ਬਚਨ ਗੁਰੂ ਨਾਨਕ ਜੀ ਦੇ ਸੁਣੇ ਸਨ ਸੋ ਤਾਂ ਵਾਹ ਵਾਹ ਕਰ ਉੱਠੇ ਔਰ ਕਹਿਣ ਲੱਗੇ, ਹੇ ਸ਼੍ਰੀ ਪਰਮੇਸ਼ਵਰ ਜੀ, ਤੂੰ ਇਤਨੇ ਬਾਲਕ ਨੂੰ ਕਿਆ ਕਿਰਪਾ ਕੀਤੀ ਹੈ। ਤਾਂ ਫਿਰ ਪੰਡਿਤ ਨੇ ਕਹਿਆ, ਹੇ ਨਾਨਕ ਜੀ, ਤੇਰੇ ਜਨੇਊ ਪਾਇਣੇ ਕਰਕੇ ਕਾਲੂ ਨੇ ਇਤਨਾ ਦਰਬ ਖਰਚ ਕਰਿਆ ਹੈ, ਅਤੇ ਕਿਤਨੇ ਹੀ ਭਾਈ ਸੰਬੰਧੀ ਇਕੱਤਰ ਹੋਏ ਹਨ ਅਤੇ ਆਏ ਕੇ ਬੈਠੇ ਹੋਏ ਹਨ। ਪਰ ਜੇ ਤੂੰ ਹੁਣ ਜਨੇਊ ਨਾ ਪਾਵੇਂਗਾ ਤਾਂ ਇਤਨਾ ਪਦਾਰਥ ਲਾਇਆ ਹੈ ਸਭ ਐਵੇਂ ਹੀ ਜਾਵੇਗਾ। ਜਿਤਨੇ ਸੰਬੰਧੀ ਆਏ ਹਨ ਅਤੇ ਬ੍ਰਾਹਮਣ ਵੇਦ ਪਾਠੀ ਆਏ ਹੋਏ ਹਨ ਸਭ ਬਿਰਥੇ ਜਾਵਣਗੇ। ਅੱਗੇ ਜਿਉਂ ਤੇਰੇ ਜੀ ਮੈਂ ਆਵੇ ਤਿਵੇਂ ਕਰ ਜੀ। ਤਾਂ ਗੁਰੂ ਨਾਨਕ ਜੀ ਸ਼ਲੋਕ ਕਹਿਆ, ਤਗ ਕਪਾਹ ਕੱਤੀਐ, ਬ੍ਰਾਹਮਣ ਵੱਟੇ ਆਏ, ਕੁਹੈ ਬਕਰਾ ਰਿਨ ਖਾਇਆ, ਸਭ ਕੋ ਆਖੈ ਪਾਏ, ਹੋਏ ਪੁਰਾਣਾ ਸੁੱਟੀਐ, ਭੀ ਫਿਰ ਪਾਈਐ ਹੋਰ, ਨਾਨਕ ਤਗ ਨ ਟੁੱਟਈ, ਜੇ ਤਗ ਹੋਵੈ ਜੋਰ। ਤਿਸ ਕਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ, ਜੋ ਹੀ ਸੁਆਮੀ ਦੇਵਤਾ, ਤੂੰ ਸਾਡੇ ਗਲ ਵਿੱਚ ਜਨੇਊ ਤਦ ਪਾਓ ਜਾਂ ਇਹ ਟੁੱਟੇ ਨਹੀਂ। ਜੇ ਇਹ ਜਨੇਊ ਟੁੱਟ ਪਿਆ ਤਾਂ ਇਸ ਜਨੇਊ ਪਾਏ ਕਾ ਕਿਆ ਗੁਣ ਹੋਇਆ। ਔਰ ਸੁਣੋ, ਹੇ ਸੁਆਮੀ ਜੀ, ਇਹ ਤੱਗ ਭਾਵੇਂ ਕਿਤਨੇ ਹੀ ਪਾਓ
ਪਰ ਇਸ ਤੱਗ ਨਾਲ ਮੁਕਤ ਨਹੀਂ। ਤਾਂ ਫਿਰ ਪੰਡਤ ਨੇ ਕਿਹਾ, ਮਹਿਤਾ ਕਾਲੂ, ਤੇਰਾ ਪੁੱਤਰ ਕੋਈ ਦੇਵਤਾ ਹੈ, ਆਪੇ ਹੀ ਜਨੇਊ ਪਾਵੈ। ਤਾਂ ਮਹਿਤੇ ਕਾਲੂ ਕਿਹਾ, ਬੱਚਾ, ਮਹਾਂਪੁਰਖ ਵੀ ਜਗਤ ਦੀ ਚਾਲ ਕਰਦੇ ਹਨ। ਤਾਂ ਬਾਬੇ ਕਿਹਾ, ਜਿਵੇਂ ਤੁਹਾਡੀ ਰਜਾਏ। ਤਾਂ ਪੰਡਤ ਨੇ ਕਿਹਾ, ਹੇ ਨਾਨਕ ਜੀ, ਇਸ ਜਨੇਊ ਕੋ ਪਵਿੱਤਰ ਕਰੋ। ਤਾਂ ਬਾਬਾ ਜੀ ਨੇ ਜਨੇਊ ਪਾਇਆ। ਫਿਰ ਪੰਡਤ ਨੇ ਕਿਹਾ, ਹੇ ਨਾਨਕ ਜੀ, ਜੋ ਸੱਚ ਕਾ ਤੱਗ ਹੈ ਅਰ ਜਿਸ ਵਿੱਚ ਜ਼ੋਰ ਹੈ ਅਤੇ ਮੈਲਾ ਵੀ ਕਦੇ ਨਾ ਹੋਵੇ ਅਰ ਟੁੱਟੇ ਵੀ ਨਾ ਹੀ, ਸ਼੍ਰੀ ਪਰਮੇਸ਼ਵਰ ਜੀ ਕੀ ਦਰਗਾਹ ਵਿੱਚ ਵੀ ਪਹੁੰਚੇ, ਸੋ ਤੱਗ ਕਹੀਏ। ਤਾਂ ਗੁਰੂ ਨਾਨਕ ਜੀ ਨੇ ਸ਼ਲੋਕ ਕਹਿਆ। ਮਹੱਲਾ ਪਹਿਲਾ। ਨਾਏ ਮੰਨੀਐ ਪਤ ਉਪਜੈ, ਸਾਲਾਹੀ ਸਚ ਸੂਤ। ਦਰਗਹ ਅੰਦਰ ਪਾਈਐ, ਤਗ ਨ ਟੂਟ ਸਪੂਤ। ਤਿਸ ਕਾ ਪਰਮਾਰਥ ਸੁਨੋ ਪੰਡਿਤ ਜੀ। ਮਨੁੱਖ ਨੂੰ ਇਹ ਚਾਹੀਦਾ ਹੈ ਜੋ ਸ਼੍ਰੀ ਪਰਮੇਸ਼ਵਰ ਜੀ ਕੀ ਸਲਾਹਤਾ करे और सच्चे के घर में रहे और सत के सूत का जनेऊ पाए। जिस जनेऊ ਨੂੰ सच का जोर है सो ਉਹ तग सदा ही अस्थिर है। हे पंडित जी, परमेश्वर का नाम मनना जो है सो कपा उगवे और सच्ची सलाह का सूत कत सतगुਰਾਂ ਦੇ ਦਰਬਾਰ ਸੱਚੇ ਦਾ ਤੱਗ ਪਾਏ, ਸੋ ਤੱਗ ਟੁੱਟਦਾ ਨਹੀਂ। ਐਸਾ ਤੱਗ ਪਰਮੇਸ਼ਵਰ ਦੀ ਕਿਰਪਾ ਹੋਏ ਤਾਂ ਇਸ ਜੀਵ ਨੂੰ ਮਿਲਦਾ ਹੈ। ਸਰਬ ਸਮਰੱਥਾ ਵਿੱਚ ਇਹ ਨਾਲ ਹੀ ਰਹਿੰਦਾ ਹੈ। ਇਹ ਉਪਦੇਸ਼ ਹਰਦਿਆਲ ਨੇ ਮਨ ਵਿੱਚ ਧਾਰਨ ਕੀਤਾ ਅਤੇ ਗੁਰੂ ਨਾਨਕ ਜੀ ਨੂੰ ਧੰਨ ਧੰਨ ਕਹਿਆ। हे ਨਾਨਕ ਜੀ, तेरी महिमा तू ही जाने और सब वेदी वंश को और ब्राह्मणों को भोजन करवाया वड्डे उत्साह साथ और ब्राह्मणों को दक्षिणा दी। आशीर्वाद कहकर सब ब्राह्मण अपने गृह को जाते पए और सब जात भाई भी ਵੱਡੇ ਛੋਟੇ ਪ੍ਰਸੰਨ ਹੋਏ ਕਰ अपने अपने स्थान को प्राप्त हुए।